ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਉਹਨਾਂ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਅਗਲਾ ਜੋ ਉਹਨਾਂ ਦਾ ਦਰਸ਼ਨ ਭਾਗ ਹੈ, ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ। ਸੋ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਫਰੀਦਾ ਦਰ ਦਰ ਬੇਸੀ ਗਾਖੜੀ ਚੱਲਾਂ ਦੁਨੀਆ ਭੱਤ, ਵਨ ਉਠਾਈ ਪੋਟਲੀ ਕਿੱਥੇ ਵੱਜਾ ਘੱਤ। ਵਾਹਿਗੁਰੂ ਦੇ ਦਰ ਦੀ ਪਖੀਰੀ ਬੜੀ ਔਖੀ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀਆਂ। ਇਸੇ ਕਰਕੇ ਆਪਾਂ ਅਗਰ ਥੋੜ੍ਹਾ ਜਿਹਾ ਗੌਰ ਦੇ ਨਾਲ ਦੇਖੀਏ ਕਿ ਸ਼ਹਿਰਾਂ ਨੂੰ ਦੇਖ ਲਈਏ, ਨਗਰਾਂ ਨੂੰ ਦੇਖ ਲਈਏ, ਕਸਬਿਆਂ ਨੂੰ ਦੇਖ ਲਈਏ, ਪਿੰਡਾਂ ਨੂੰ ਦੇਖ ਲਈਏ, ਇੱਥੇ ਆਮ ਇਨਸਾਨ ਤਾਂ ਮਿਲ ਜਾਣਗੇ, ਟੀਚਰ ਵੀ ਮਿਲ ਜਾਣਗੇ, ਪੜ੍ਹੇ ਲਿਖੇ ਸੱਜਣ ਵੀ ਮਿਲਣਗੇ, ਡਾਕਟਰ ਵੀ ਮਿਲਣਗੇ, ਇੰਜੀਨੀਅਰ ਵੀ ਮਿਲਣਗੇ, ਵੱਡੇ ਵੱਡੇ ਵਪਾਰੀ ਵੀ ਮਿਲ ਜਾਣਗੇ। ਲੇਕਿਨ ਮਹਾਂਪੁਰਖ ਜਿਹੜੇ ਹਨ ਨਾ, ਇਹ ਕੋਈ ਵਿਰਲਾ ਹੀ ਹੁੰਦਾ ਹੈਗਾ। ਕਿਉਂਕਿ ਸੰਸਾਰੀ ਲੋਕੀ ਜਿਹੜੇ ਹੈ ਨਾ, ਉਹਨਾਂ ਦੀ ਸੋਚ ਵਾਰਮੁਖੀ ਹੁੰਦੀ ਹੈ, ਅਤੇ ਮਹਾਂਪੁਰਖਾਂ ਦੀ ਜਿਹੜੀ ਵਿਰਤੀ ਜਾਂ ਸੁਰਤ ਹੈ ਉਹ ਸੰਸਾਰ ਨਾਲੋਂ ਟੁੱਟ ਕੇ ਅੰਤਰਮੁਖੀ ਹੁੰਦੀ ਆ। ਇਹ ਸਾਰੀ ਉਲਟ ਕਿਰਿਆ ਹੈ। ਇਸ ਕਰਕੇ ਮਹਾਂਪੁਰਖ ਬਣਨਾ ਜਿਹੜਾ ਉਹ ਪਰਮੇਸ਼ਰ ਦੀ ਰਹਿਮਤ ਤੋਂ ਬਗੈਰ ਕੋਈ ਨਹੀਂ ਇਨਸਾਨ ਜਿਹੜਾ ਹੈ ਨਾ ਉਹ ਬਣ ਸਕਦਾ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਕਿਹਾ ਹੈ ਕਿ ਕੋਟਨ ਮੇ ਨਾਨਕੋ ਨਾ ਰਹਿਣ ਜੇ ਜੀਤ ਕੇ, ਕਰੋੜਾਂ ਵਿੱਚੋਂ ਕੋਈ ਵਿਰਲੇ ਹੀ ਪੁਰਖ ਹੁੰਦੇ ਆ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਚਿੱਤ 'ਚ ਵਸਦਾ ਹੈ। ਸੋ ਇਹਨਾਂ ਵਿੱਚੋਂ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਹੋਣਾ ਦਾ ਜੀਵਨ ਵੀ ਕੁਛ ਇਸ ਤਰ੍ਹਾਂ ਦਾ ਸੀਗਾ ਕਿ ਆਪ ਵੀ ਹੈ ਨਾ ਰਾਤ ਨੂੰ ਬਿਲਕੁਲ ਆਰਾਮ ਨਹੀਂ ਸੀ ਕਰਦੇ। ਕਿਸੇ ਨੇ ਵੀ ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਨੂੰ ਰਾਤ ਨੂੰ ਕਦੇ ਸੁੱਤਾ ਨਹੀਂ ਸੀ ਦੇਖਿਆ। ਹਰ ਟਾਈਮ ਭਜਨ ਅਤੇ ਬੰਦਗੀ ਸਿਮਰਨ ਦੇ ਵਿੱਚ ਰਹਿੰਦੇ ਸੀਗੇ। ਔਰ ਮਹਾਂਪੁਰਖ ਦੱਸਦੇ ਸੀਗੇ ਕਿ ਜਦੋਂ ਉਹ ਕਿਸੇ ਇਕਾਂਤ, ਖਾਸ ਕਰ ਕਿਸੇ ਜੰਗਲ ਬੀਆਬਾਨ ਦੇ ਵਿੱਚ ਜਦ ਉਹ ਸਮਾਧੀ ਲਾ ਕੇ ਬਹਿੰਦੇ ਸੀ, ਅਤੇ ਇਸ ਇਕਾਂਤ ਦੇ ਵਿੱਚ ਜਦ ਜਿਹੜੀ ਸਮਾਧੀ ਜਾਂ ਚਿੱਤ ਦੀ ਇਕਾਗਰਤਾ ਬਹੁਤ ਜ਼ਿਆਦਾ ਵੱਧਦੀ ਸੀ, ਤਾਂ ਕਈ ਟਾਈਮ ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਉਹ ਕਿੰਨਾ ਚਿਰ ਬੈਠੇ ਰਹਿੰਦੇ ਸੀ ਇਸੇ ਆਨੰਦ ਵਿੱਚ, ਇਸੇ ਹੀ ਯਾਦ ਦੇ ਵਿੱਚ ਮਹਾਂਪੁਰਖ ਬੈਠੇ ਰਹਿੰਦੇ ਸੀ। ਮਹਾਂਪੁਰਖ ਦੱਸਦੇ ਕਿ ਜਦੋਂ ਅੱਖ ਖੁੱਲ੍ਹਦੀ ਸੀ ਨਾ, ਉਸ ਟਾਈਮ ਕੀ ਦੇਖਦੇ ਸੀਗੇ ਕਿ ਜੰਗਲ ਦੇ ਕਈ ਜਾਨਵਰ ਜਿਨ੍ਹਾਂ ਦੇ ਵਿੱਚੋਂ ਹਿਰਨ ਜਿਹੜੇ ਆ, ਉਹਨਾਂ ਦੇ ਝੁੰਡ ਵੀ ਸਾਡੇ ਕੋਲ ਆ ਕੇ ਜਿਹੜੇ ਖੜੇ ਹੁੰਦੇ ਸੀਗੇ। ਉਸ ਤੋਂ ਬਾਅਦ ਬਾਕੀ ਜਿਹੜੇ ਜਾਨਵਰ ਸੀਗੇ ਉਹ ਵੀ ਖੜੇ ਹੁੰਦੇ ਸੀਗੇ, ਅਤੇ ਕਹਿੰਦੇ ਅਸੀਂ ਜਦ ਇਹਨਾਂ ਨੂੰ ਦੇਖਦੇ ਸੀਗੇ, ਸਾਰੇ ਜਾਨਵਰ ਸਾਡੇ ਵੱਲ ਦੇਖ ਕੇ ਹੈ ਨਾ ਆਪਣਾ ਜਿਹੜਾ ਸਿਰ ਸੀਗਾ ਨੀਵਾਂ ਕਰ ਲੈਂਦੇ ਸੀ, ਜਾਂ ਉਹ ਕਹਿੰਦੇ ਸੀ ਕਿ ਜਿਵੇਂ ਉਹ ਸਾਨੂੰ ਨਮਸਕਾਰ ਕਰ ਰਹੇ ਆ। ਬਸ ਉਹਨਾਂ ਨੂੰ ਦੇਖ ਕੇ ਨਾ ਫਿਰ ਮਹਾਂਪੁਰਖ ਉਹਨਾਂ ਜਾਨਵਰਾਂ ਨੂੰ ਕਹਿੰਦੇ ਸੀ, ਕਹਿੰਦੇ ਭਾਈ ਜਾਓ, ਤੁਹਾਡੀ ਹਾਜ਼ਰੀ ਮਨਜ਼ੂਰ ਹੋ ਗਈ ਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹੋ ਜਿਹੇ ਜਿਹੜੇ ਮਹਾਂਪੁਰਖ ਹੈਗੇ ਆ, ਜਿਨ੍ਹਾਂ ਦੇ ਉੱਤੇ ਪਰਮੇਸ਼ਰ ਦੀ ਅਪਾਰ ਬਖਸ਼ਿਸ਼ ਹੁੰਦੀ ਆ, ਉਹਨਾਂ ਦੇ ਦੁਆਲੇ ਇਨਸਾਨ ਕੀ ਆ, ਜੰਗਲੀ ਜੀਵ ਜੰਤੂ ਵੀ ਜਿਹੜੇ ਹੈ ਉਹਨਾਂ ਮਹਾਂਪੁਰਖਾਂ ਦੇ ਦਰਸ਼ਨਾਂ ਨੂੰ ਲੋਚਦੇ ਰਹਿੰਦੇ ਆ। ਅਤੇ ਕਈ ਵਾਰੀ ਮਹਾਂਪੁਰਖ ਇਹ ਵੀ ਦੱਸਦੇ ਹੁੰਦੇ ਸੀਗੇ ਕਿ ਕਈ ਵਾਰੀ ਬੜੇ ਜ਼ਹਿਰੀਲੇ ਫਨੀਅਰ ਨਾਗ ਜਿਹੜੇ ਸੀਗੇ ਨਾ, ਉਹ ਵੀ ਜਿਹੜੇ ਸੀਗੇ ਸਾਡੇ ਕੋਲ ਕਹਿੰਦੇ ਆ ਜਾਂਦੇ ਸੀਗੇ। ਜਦੋਂ ਕਹਿੰਦੇ ਆਉਂਦੇ ਸੀਗੇ, ਪਹਿਲਾਂ ਜਦ ਫਨ ਖਿਲਾਰ ਕੇ ਖੜੇ ਹੁੰਦੇ ਸੀਗੇ, ਪਰ ਜਦ ਅਸੀਂ ਉਹਨਾਂ ਪਰ ਨਜ਼ਰ ਦੇ ਨਾਲ ਥੋੜ੍ਹਾ ਤੱਕਦੇ ਸੀਗੇ, ਉਹ ਸਾਰੇ ਆਪਣੇ ਫਨ ਨੀਵਾਂ ਕਰਕੇ ਨਮਸਕਾਰ ਕਰਕੇ ਚਲੇ ਜਾਂਦੇ ਸੀ। ਸੋ ਕਹਿਣ ਤੋਂ ਭਾਵ ਇਹ ਮਹਾਂਪੁਰਖਾਂ ਦੇ ਉੱਤੇ ਪਰਮੇਸ਼ਰ ਦੀ ਬਖਸ਼ਿਸ਼ ਹੈਗੀ ਆ। ਇਸੇ ਤਰ੍ਹਾਂ ਜਦ ਮਹਾਂਪੁਰਖ ਕਦੀ ਕਦੀ ਡੇਰੇ ਹੁੰਦੇ ਸੀ, ਉਹਦੇ ਵਿੱਚੋਂ ਇੱਕ ਆਮ ਕਰਕੇ ਸੰਗਤ ਨੇ ਦੇਖਿਆ ਕਿ ਇੱਕ ਟੱਠਾ, ਜਿਹਨੂੰ ਅਸੀਂ ਸਾਹਨ ਆਖਦੇ ਹਾਂ ਨਾ, ਇਹ ਇੱਕ ਜਾਨਵਰ ਸੀਗਾ। ਇਹ ਮਹਾਂਪੁਰਖਾਂ ਦਾ ਬੜਾ ਪ੍ਰੇਮੀ ਬਣ ਗਿਆ ਸੀ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਦਾ। ਸੰਤਾਂ ਨੇ ਜਿੱਥੇ ਵੀ ਜਾਣਾ ਅਤੇ ਇਸ ਸਾਹਨ ਨੇ, ਢੱਠੇ ਨੇ ਪਿੱਛੇ ਪਿੱਛੇ ਤੁਰੇ ਰਹਿਣਾ। ਜੇ ਸੰਤਾਂ ਨੇ ਖੜੇ ਹੋ ਜਾਣਾ ਤਾਂ ਇਹਨੇ ਵੀ ਖੜੇ ਹੋ ਜਾਣਾ, ਜਿਹੜੇ ਮਹਾਂਪੁਰਖਾਂ ਨੇ ਕਿਤੇ ਦਰੱਖਤ ਦੇ ਥੱਲੇ ਬੈਠ ਜਾਣਾ, ਇਹਨੇ ਵੀ ਬੈਠ ਜਾਣਾ। ਜਦੋਂ ਮਹਾਂਪੁਰਖ ਬੈਠਦੇ ਹੁੰਦੇ ਸੀ, ਕੋਈ ਨਾ ਕੋਈ ਪ੍ਰੇਮੀ ਆ ਜਾਂਦਾ ਸੀ, ਆ ਕੇ ਜਦ ਭੇਟਾ ਮਹਾਂਪੁਰਖਾਂ ਨੂੰ ਰੱਖ ਕੇ ਮੱਥਾ ਟੇਕ ਕੇ ਬਹਿ ਜਾਂਦਾ ਸੀਗਾ। ਮਹਾਂਪੁਰਖ ਉਹਦੇ ਵਿੱਚੋਂ ਜਿਹੜਾ ਕੁਛ ਪ੍ਰਸ਼ਾਦ ਸੀਗਾ ਹੈ ਨਾ, ਇਸ ਸਾਹਨ ਨੂੰ ਵੀ ਦੇ ਦਿੰਦੇ ਸੀ, ਅਤੇ ਇਹ ਜਿਹੜਾ ਸਾਹਨ ਸੀਗਾ ਬੜੇ ਪ੍ਰੇਮ ਨਾਲ ਪ੍ਰਸ਼ਾਦ ਛਕਦਾ ਹੁੰਦਾ ਸੀ। ਸੋ ਇਹਦੀ ਇਹ ਪ੍ਰੀਤੀ ਦੇਖ ਕੇ ਇੱਕ ਵਾਰੀ ਸੰਗਤ ਨੇ ਮਹਾਂਪੁਰਖਾਂ ਨੂੰ ਪੁੱਛਿਆ ਕਿ ਮਹਾਂਪੁਰਖ ਜਿਹੜਾ ਸਾਹਨ ਹੈਗਾ ਇਹ ਕੌਣ ਹੈ। ਸੋ ਮਹਾਂਪੁਰਖ ਪਹਿਲਾਂ ਤਾਂ ਚੁੱਪ ਰਹੇ, ਪਰ ਇੱਕ ਪ੍ਰੇਮੀਆਂ ਦੇ ਜ਼ਿਆਦਾ ਜ਼ੋਰ ਦੇਣ ਦੇ ਉੱਤੇ ਬਾਬਾ ਅਤਰ ਸਿੰਘ ਰੇਰੂ ਵਾਲਿਆਂ ਨੇ ਦੱਸਿਆ ਸੀਗਾ ਕਿ ਇਹ ਜਿਹੜਾ ਸਾਹਨ ਆ, ਇਹ ਗੰਧਰਵ ਲੋਕ ਦਾ ਇੱਕ ਰਾਗੀ ਹੈਗਾ। ਇਹ ਗੰਧਰਵ ਲੋਕ ਦਾ ਇੱਕ ਰਾਗੀ ਹੈਗਾ, ਅਤੇ ਕਿਸੇ ਸਰਾਫ ਦੇ ਕਾਰਨ ਇਹ ਸਾਹਨ ਬਣ ਗਿਆ ਸੀਗਾ। ਅਤੇ ਹੁਣ ਕਹਿੰਦੇ ਆਪਣੇ ਸਰਾਫ ਤੋਂ ਮੁਕਤੀ ਦੇ ਵਾਸਤੇ ਜਿਹੜਾ ਸੀਗਾ, ਇੱਥੇ ਜਿਹੜਾ ਸਾਡੇ ਨਾਲ ਇਹਦੀ ਜਿਹੜੀ ਸਾਂਝ ਬਣ ਗਈ ਹੈ।
ਹੁਣ ਇਸ ਜਨਮ ਤੋਂ ਬਾਅਦ ਇਹਦੀ ਜਿਹੜੀ ਮੁਕਤੀ ਆ ਬੰਦ ਖਲਾਸੀ ਹੋ ਜਾਊਗੀ, ਫਿਰ ਇਹਦੀ ਰੂਹ ਮੁੜ ਕੇ ਫਿਰ ਦੁਬਾਰਾ ਗੰਧਰਵ ਲੋਕ ਦੇ ਵਿੱਚ ਚਲੀ ਜਾਊਗੀ। ਇਸੇ ਤਰ੍ਹਾਂ ਮਹਾਂਪੁਰਖ ਦੱਸਦੇ ਸੀ ਕਿ ਵਾਹਿਗੁਰੂ ਆਪਣੇ ਪਿਆਰਿਆਂ ਦੀ ਜਿਹੜੀ ਹੈ ਉਹ ਅੰਦਰ ਜੋ ਵੀ ਫੁਰਨਾ ਬਣਦਾ ਹੈ ਨਾ, ਜੋ ਜੋ ਚਿਤਵੇ ਸਾਧ ਜਨ ਸੋ ਲੇਤਾ ਮਾਨ, ਇੱਕ ਛਿਣ ਦੇ ਵਿੱਚ ਹੀ ਪੂਰਾ ਕਰ ਦਿੰਦਾ। ਇਹਦੀ ਵੀ ਅਵਸਥਾ ਮਹਾਂਪੁਰਖ ਦੱਸਦੇ ਸੀ ਕਿ ਸ਼ੁਰੂ ਵਿੱਚ ਅਸੀਂ ਜਦ ਗੁਰਦੁਆਰੇ ਸਾਹਿਬ ਜਾਂਦੇ ਹੁੰਦੇ ਸੀਗੇ ਅਤੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਰੋਜ਼ਾਨਾ ਕਰਨ ਦਾ ਇੱਕ ਸੰਕਲਪ ਬਣਾਇਆ ਸੀਗਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਰੋਜ਼ਾਨਾ ਕਰਨੇ ਆ। ਇੱਕ ਵਾਰੀ ਕਹਿੰਦੇ ਕੀ ਹੋਇਆ, ਮੀਂਹ ਝੱਖੜ ਹਨੇਰੀ ਬੜਾ ਵਗਿਆ ਅਤੇ ਕਹਿੰਦੇ ਹਟਣ ਦਾ ਨਾਂ ਨਾ ਲਵੇ, ਜਿਉਂ ਕਹਿ ਲਓ ਕਿ ਬਹੁਤ ਜ਼ਿਆਦਾ ਝੜੀ ਲੱਗ ਗਈ। ਕਹਿੰਦੇ ਮਨ 'ਚ ਸੰਕਲਪ ਆਇਆ ਕਿ ਸੱਚੇ ਪਾਤਸ਼ਾਹ ਕੀ ਅੱਜ ਤੇਰੇ ਦਰਸ਼ਨ ਨਹੀਂ ਹੋਣਗੇ। ਕਹਿੰਦੇ ਦੇਖੋ ਸੰਕਲਪ ਉੱਠਿਆ ਸੀ, ਫੁਰਨਾ ਬਣਿਆ ਹੀ ਸੀਗਾ ਅਤੇ ਮੀਂਹ ਝੱਖੜ ਹਨੇਰੀ ਬੰਦ ਹੋ ਗਿਆ। ਬਸ ਕਹਿੰਦੇ ਬੰਦ ਹੋਇਆ, ਅਸੀਂ ਗੁਰਦੁਆਰਾ ਸਾਹਿਬ ਚਲੇ ਗਏ। ਜਦ ਗੁਰਦੁਆਰਾ ਸਾਹਿਬ ਪਹੁੰਚੇ ਬਾਰਿਸ਼ ਫੇਰ ਸ਼ੁਰੂ ਹੋ ਗਈ, ਪਰ ਉੱਥੇ ਜਦ ਅਸੀਂ ਜਾ ਕੇ ਆਪਣਾ ਭਜਨ ਸਿਮਰਨ ਕੀਰਤਨ ਜਾਂ ਜੋ ਵੀ ਦੀਵਾਨ ਦਾ ਆਨੰਦ ਮਾਣਿਆ, ਉਸ ਤੋਂ ਬਾਅਦ ਜਦੋਂ ਬਾਹਰ ਨਿਕਲਿਆ ਅਤੇ ਫਿਰ ਕਹਿੰਦੇ ਉਹ ਬਾਰਿਸ਼ ਜਿਹੜੀ ਸੀ ਉਹ ਬੰਦ ਹੋ ਗਈ। ਸੋ ਮਹਾਂਪੁਰਖਾਂ ਦਾ ਇੱਕ ਰਵੱਈਆ ਹੁੰਦਾ ਸੀਗਾ, ਇੱਕ ਗੋਖੇ ਵਾਲੀ ਛੱਪੜੀ ਹੁੰਦੀ ਸੀ ਜਿੱਥੇ ਬੈਠ ਕੇ ਨਾ ਬਾਬਾ ਜੀ ਬੰਦਗੀ ਕਰਦੇ ਹੁੰਦੇ ਸੀ। ਸੋ ਕਹਿੰਦੇ ਸੀ ਜਦੋਂ ਅਸੀਂ ਗੋਖੇ ਵਾਲੀ ਛੱਪੜੀ 'ਤੇ ਗਏ, ਮਨ 'ਚ ਫੁਰਨਾ ਆ ਗਿਆ ਕਿ ਮੀਂਹ ਆ ਗਿਆ ਅਤੇ ਫਿਰ ਛੱਪੜੀ 'ਤੇ ਕਿਵੇਂ ਬੈਠਾਂਗੇ। ਪਰ ਕਹਿੰਦੇ ਜਦੋਂ ਅਸੀਂ ਆਪਣੀ ਨੇਮ ਅਨੁਸਾਰ ਛੱਪੜੀ 'ਤੇ ਬੈਠੇ ਹੈ, ਜਦ ਤੱਕ ਛੱਪੜੀ 'ਤੇ ਬੈਠੇ ਰਹੇ ਤਦ ਤੱਕ ਬਾਰਿਸ਼ ਦੀ ਇੱਕ ਛਿੱਟ ਨਹੀਂ ਡਿੱਗੀ। ਪਰ ਜਦ ਛੱਪੜੀ ਤੋਂ ਕਹਿੰਦੇ ਉੱਠ ਕੇ ਅਸੀਂ ਜਿਹੜੇ ਸੀਗੇ ਉਹ ਆਪਣੇ ਗੁਫਾ ਜਾਂ ਬਗੀਚੇ ਵੱਲ ਆ ਗਏ ਅਤੇ ਉਸ ਟਾਈਮ ਫਿਰ ਕਹਿੰਦੇ ਜਦੋਂ ਅਸੀਂ ਆਰਾਮ ਕਰਨ ਲੱਗੇ ਤਾਂ ਫਿਰ ਬਾਰਿਸ਼ ਸ਼ੁਰੂ ਹੋ ਗਈ। ਸੋ ਮਹਾਂਪੁਰਖ ਦੱਸਦੇ ਸੀ, ਕਹਿੰਦੇ ਵੀ ਇਸ ਤਰ੍ਹਾਂ ਦੇ ਜਿਹੜੇ ਸਾਡੇ ਮਨ 'ਚ ਸੰਕਲਪ ਉੱਠਦੇ ਸੀ ਤਾਂ ਉਹ ਪਰਮੇਸ਼ਰ ਉਸੇ ਟਾਈਮ ਹੀ ਪੂਰਾ ਕਰਦਾ ਹੁੰਦਾ ਸੀ। ਪਹਿਲਾਂ ਤਾਂ ਕਹਿੰਦੇ ਸਾਨੂੰ ਇਹਦੀ ਜਿਹੜੀ ਜ਼ਿਆਦਾ ਖਬਰ ਨਹੀਂ ਲੱਗੀ ਅਤੇ ਮਨ 'ਚ ਖੁਸ਼ੀ ਵੀ ਬੜੀ ਹੁੰਦੀ ਸੀ ਕਿ ਦੇਖੋ ਕੋਈ ਵੀ ਸੰਕਲਪ ਮਨ 'ਚ ਉੱਠਦਾ ਹੈਗਾ ਤਾਂ ਵਾਹਿਗੁਰੂ ਨੂੰ ਉਸੇ ਟਾਈਮ ਤਤਕਾਲ ਪੂਰਾ ਕਰ ਦਿੰਦਾ। ਪਰ ਬਾਅਦ ਦੇ ਵਿੱਚ ਫਿਰ ਜਦੋਂ ਕਹਿੰਦੇ ਸਾਡਾ ਸਿਮਰਨ ਥੋੜ੍ਹਾ ਜਿਹਾ ਹੋਰ ਗਿਆਨ ਦੇ ਵਿੱਚ ਗਾੜਾ ਹੋਇਆ, ਪਰਮੇਸ਼ਰ ਦੀ ਰਹਿਮਤ ਹੋਈ, ਕੁਛ ਵਿਵੇਕ ਬੁੱਧ ਵਾਹਿਗੁਰੂ ਨੂੰ ਬਖਸ਼ੀ ਗਈ, ਫਿਰ ਪਤਾ ਲੱਗਾ ਕਿ ਭਾਈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਕਿ ਉਹਦੀ ਰਜਾ ਦੇ ਵਿੱਚ ਚੱਲਣਾ ਹੀ ਪਰਮੇਸ਼ਰ ਦੀ ਪ੍ਰਸੰਨਤਾ ਦਾ ਜਿਹੜਾ ਹੈਗਾ ਉਹ ਬਹੁਤ ਵੱਡਾ ਬਖਸ਼ਿਸ਼ ਹੈਗੀ ਹੈ ਇਸ ਇਨਸਾਨ ਨੂੰ। ਕਹਿੰਦੇ ਫਿਰ ਸਾਨੂੰ ਇਹ ਪਤਾ ਲੱਗ ਗਿਆ ਸੀਗਾ ਕਿ ਅਗਰ ਮਨ ਦੇ ਵਿੱਚ ਕੋਈ ਸੰਕਲਪ ਬਣੇ ਜਦ ਇਸ ਤਰ੍ਹਾਂ ਦਾ, ਜਦੋਂ ਪਰਮੇਸ਼ਰ ਆਪਣੀ ਮੌਜ ਦੇ ਵਿੱਚ ਆਪਣੀ ਕੁਦਰਤ ਦੇ ਵਿੱਚ ਖੇਡ ਰਿਹਾ ਹੁੰਦਾ ਹੈ, ਉਸ ਟਾਈਮ ਕਹਿੰਦੇ ਜਿਹੜਾ ਸੰਕਲਪ ਹੈ ਨਾ ਇਹ ਕਰਨਾ ਨਹੀਂ ਚਾਹੀਦਾ। ਉਸ ਤੋਂ ਬਾਅਦ ਫਿਰ ਮਹਾਂਪੁਰਖ ਕਹਿੰਦੇ ਸੀ ਕਿ ਜਦ ਵੀ ਕਦੀ ਮੀਂਹ ਹਨੇਰੀ ਝੱਖੜ ਜਦ ਕੋਈ ਕੁਦਰਤੀ ਜਿਹੜੀ ਇਸ ਤਰ੍ਹਾਂ ਦੀ ਘਟਨਾ ਵਾਪਰਨੀ, ਕਹਿੰਦੇ ਅਸੀਂ ਮਨ ਵਿੱਚ ਕੋਈ ਵੀ ਸੰਕਲਪ ਨਹੀਂ ਕਰਨਾ ਹੈਗਾ, ਬਸ ਜੋ ਵੀ ਕੁਦਰਤ ਦੀ ਖੇਡ ਹੈ ਨਾ ਉਹਦੇ ਵਿੱਚ ਹੀ ਰਾਜੀ ਰਹਿਣਾ। ਫਿਰ ਅਸੀਂ ਸਿੱਖ ਲਿਆ ਸੀ, ਜਿਵੇਂ ਕਹਿ ਲਓ ਕਿ ਸਾਨੂੰ ਇਸ ਭੇਦ ਦਾ ਪਤਾ ਲੱਗ ਗਿਆ ਸੀ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਕਿ ਉਹਦੀ ਹੁਕਮ, ਉਹਦੀ ਰਜਾ, ਉਹਦੀ ਖੁਸ਼ੀ ਵਿੱਚ ਚੱਲਣਾ ਜਿਹੜਾ ਹੈ ਨਾ ਉਹਦੇ ਨਾਲ ਪਰਮੇਸ਼ਰ ਹਰ ਟਾਈਮ ਪ੍ਰਸੰਨ ਰਹਿੰਦਾ ਹੈਗਾ। ਸੋ ਇਸ ਤਰ੍ਹਾਂ ਮਹਾਂਪੁਰਖਾਂ ਦਾ ਜਿਹੜਾ ਜੀਵਨ ਸੀਗਾ ਬਾਬਾ ਅਤਰ ਸਿੰਘ ਰੇਰੂਵਾਲ ਸਾਹਿਬ ਵਾਲਿਆਂ ਦਾ, ਕਿਉਂਕਿ ਮਹਾਂਪੁਰਖਾਂ ਦਾ ਜੀਵਨ ਵੈਸੇ ਹੀ ਬਹੁਤ ਮਿਹਨਤੀ ਅਤੇ ਬੜੀ ਮੁਸ਼ੱਕਤ ਘਾਲ ਵਾਲਾ ਹੁੰਦਾ ਹੈ। ਇਸ ਟਾਈਮ ਹੈ ਨਾ ਮਹਾਂਪੁਰਖਾਂ ਦਾ ਜਿਹੜਾ ਜੁੱਸਾ ਜਾਂ ਸਰੀਰ ਸੀਗਾ ਉਹ ਵੀ ਬੜਾ ਤਾਕਤਵਰ ਸੀ, ਵਾਹਿਗੁਰੂ ਨੇ ਬਖਸ਼ਿਆ, ਬੜਾ ਬਲ ਸੀਗਾ, ਬੜਾ ਤਾਕਤਵਰ ਸੀਗਾ, ਜਿਹਦੇ ਕਰਕੇ ਮਹਾਂਪੁਰਖਾਂ ਦੀ ਨਿੱਤ ਦੀ ਕਿਰਿਆ ਸੀ ਕਿ ਸਵੇਰੇ ਅੰਮ੍ਰਿਤ ਵੇਲੇ ਮਹਾਂਪੁਰਖ ਆਪ ਆਸਾ ਦੀ ਵਾਰ ਦਾ ਕੀਰਤਨ ਕਰਦੇ ਹੁੰਦੇ ਸੀਗੇ। ਜਿੰਨੇ ਵੀ ਪ੍ਰੇਮੀ ਆਉਣੇ, ਖਾਸ ਕਰਕੇ ਜਦ ਉਹਨਾਂ ਦੀ ਖਿੱਚ ਬਣਨੀ ਤਾਂ ਬਾਬਾ ਤਰਸੂ ਰੇਰੂ ਸਾਹਿਬ ਵਾਲਿਆਂ ਦੀ ਆਵਾਜ਼ ਜਿਹੜੀ ਸੀ ਬੜੇ ਦੂਰ ਤੱਕ ਜਾਂ ਕੋਹਾਂ ਤੱਕ ਜਾਂਦੀ ਸੀ ਜਦ ਸਵੇਰੇ ਕੀਰਤਨ ਕਰਦੇ ਸੀ। ਉਸ ਤੋਂ ਬਾਅਦ ਫਿਰ ਇਹ ਜਿਹੜੀ ਸੇਵਾ ਸੀ ਉਹਨਾਂ ਟਾਈਮਾਂ ਦੇ ਵਿੱਚ ਫਿਰ ਰਾਗੀ ਤਰਲੋਕ ਸਿੰਘ ਸੀ, ਉਹਨਾਂ ਨੇ ਫਿਰ ਲੈ ਲਈ ਸੀ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਮਹਾਂਪੁਰਖਾਂ ਦਾ ਜਿਹੜਾ ਪ੍ਰੇਮ ਸੀਗਾ ਹੈ ਨਾ, ਇੰਨਾ ਪ੍ਰੇਮ ਜਿਹੜਾ ਸੀ ਉਹ ਵਧਿਆ ਸੀਗਾ। ਇਸ ਕੀਰਤਨ ਤੋਂ ਬਾਅਦ ਫਿਰ ਗੁਰ ਇਤਿਹਾਸ ਦੀ ਜਿਹੜੀ ਕਥਾ ਸੀਗੀ ਉਹ ਵੀ ਸੰਗਤ ਨੇ ਮਹਾਂਪੁਰਖਾਂ ਦੇ ਨਾਲ ਜਿਹੜੀ ਸੀ ਉਹ ਮੰਗ ਲਈ ਸੀ ਸੇਵਾ ਦੀ। ਇਹਦੇ ਵਿੱਚ ਫਿਰ ਜਿਹੜੇ ਕਥਾਵਾਚਕ ਬਣੇ ਉਹ ਸੀ ਗਿਆਨੀ ਸੰਪੂਰਨ ਸਿੰਘ, ਪਹਿਲਾਂ ਕਥਾ ਕਰਦੇ ਰਹੇ ਆ, ਫਿਰ ਸ਼ੋਭਾ ਸਿੰਘ ਹੋਇਆ, ਉਸ ਤੋਂ ਬਾਅਦ ਫਿਰ ਹਰਦਵਾਲ ਦੇ ਪੰਡਿਤ ਪ੍ਰੇਮ ਸਿੰਘ ਇਹ ਵੀ ਕਥਾ ਕਰਦੇ ਰਹੇ, ਫਿਰ ਸਾਧੂ ਸਿੰਘ ਸੂਰਮਾ ਜਿਹੜੇ ਇਹ ਵੀ ਕਥਾ ਕਰਦੇ ਰਹੇ। ਇਸ ਕਰਕੇ ਕੀਰਤਨ ਕਥਾ ਨਾਲ ਹੀ ਮਹਾਂਪੁਰਖਾਂ ਦਾ ਜਿਹੜਾ ਸੀ ਉਹ ਚੱਲਣਾ ਸ਼ੁਰੂ ਹੋ ਗਿਆ ਸੀਗਾ। ਇਸ ਤਰ੍ਹਾਂ ਮਹਾਂਪੁਰਖ ਕੀ ਕਰਦੇ ਹੁੰਦੇ ਸੀਗੇ ਕਿ ਜਦ ਰਾਤ ਹੋਣੀ ਆ, ਰਾਤ ਨੂੰ ਗੁੱਖੇ ਵਾਲੀ ਜਿਹੜੀ ਛੱਪੜੀ ਸੀ ਨਾ ਉੱਥੇ ਸਾਧਨਾ ਕਰਨੀ। ਜਦ ਸਾਧਨਾ ਕਰਨੀ ਆ ਉਸ ਤੋਂ ਬਾਅਦ ਫਿਰ ਜਦ 2 ਵਜਣੇ ਆ 101 ਜਿਹੜੇ ਡੋਲ ਹੁੰਦੇ ਸੀਗੇ ਉਹਨਾਂ ਦੇ ਨਾਲ ਬਾਬਾ ਜੀ ਇਸ਼ਨਾਨ ਕਰਦੇ ਹੁੰਦੇ ਸੀ ਅਤੇ ਪ੍ਰੇਮੀ ਇਸ਼ਨਾਨ ਕਰਾਉਂਦੇ ਹੁੰਦੇ ਸੀ। ਅਤੇ ਜਿਹੜਾ ਇਸ਼ਨਾਨ ਦਾ ਪਾਣੀ ਹੁੰਦਾ ਸੀ ਇੱਕ ਚਵੱਚੇ ਵਿੱਚ ਜਾਂਦਾ ਹੁੰਦਾ ਸੀ, ਉੱਥੋਂ ਫਿਰ ਜਿਹੜੀ ਬਾਕੀ ਸੰਗਤ ਸੀਗੇ ਉਸ ਪਾਣੀ ਦੇ ਜਲ ਦੇ ਨਾਲ ਇਸ਼ਨਾਨ ਕਰਦੀ ਸੀਗੀ।
ਸੋ ਇਹ ਇੱਕ ਜਿਹੜੀ ਹੈ ਨਾ ਬੜੀ ਸ਼ਰਧਾ ਦੀ ਜਿਹੜੀ ਅੰਦਰ ਨਿਸ਼ਾਨੀ ਆ ਸੰਗਤ ਦੀ, ਇਹ ਬੜੀ ਪ੍ਰਬਲ ਹੈਗੀ ਸੀ ਉਹਨਾਂ ਟਾਈਮਾਂ ਦੇ ਵਿੱਚ। ਉਸ ਤੋਂ ਬਾਅਦ ਕੀ ਹੁੰਦਾ ਸੀਗਾ, ਫਿਰ ਮਹਾਂਪੁਰਖ ਦੁਆਰਾ ਫਿਰ ਆਪਣੇ ਸਿਮਰਨ ਸਾਧਨਾ 'ਚ ਜੁੜ ਜਾਂਦੇ ਸੀਗੇ। ਉਸ ਤੋਂ ਬਾਅਦ ਫਿਰ ਮਹਾਂਪੁਰਖ 11 ਵਜੇ ਤਕਰੀਬਨ ਆਪਣੇ ਬਗੀਚੇ ਦੇ ਵਿੱਚ ਅੰਦਰ ਆ ਜਾਂਦੇ ਸੀਗੇ। ਅੰਦਰ ਆ ਕੇ ਫਿਰ ਆਪਣੇ ਜਿਹੜਾ ਮੇਨ ਭੋਰਾ ਸਾਹਿਬ ਹੈ, ਉਸ ਤੋਂ ਬਾਅਦ ਦੀਵਾਨ 'ਚ ਆ ਕੇ ਕੀਰਤਨ ਸਰਵਣ ਕਰਨਾ, ਕਥਾ ਸਰਵਣ ਕਰਨੀ, ਕੀਰਤਨ ਕਰਕੇ ਉਸ ਤੋਂ ਬਾਅਦ ਫਿਰ ਮਹਾਂਪੁਰਖ ਜਿਹੜੇ ਸੀਗੇ ਕੁਛ ਟਾਈਮ 1 ਵਜੇ ਥੋੜ੍ਹਾ ਪ੍ਰਸ਼ਾਦਾ ਛਕਦੇ ਹੁੰਦੇ ਸੀ। ਇਹ ਜਿਹੜੀ ਭਾਜੀ ਦੇ ਨਾਲ ਪ੍ਰਸ਼ਾਦਾ ਛਕਦੇ ਹੁੰਦੇ ਸੀ, ਇਹਦੇ ਵਿੱਚ ਨਮਕ ਦੀ ਵਰਤੋਂ ਜਿਹੜੀ ਸੀ ਮਹਾਂਪੁਰਖ ਉਹਨਾਂ ਟਾਈਮਾਂ 'ਚ ਬਿਲਕੁਲ ਨਹੀਂ ਸੀ ਕਰਦੇ ਹੁੰਦੇ। ਫਿਰ ਸਾਦਾ ਲਿਬਾਸ ਪਾਉਂਦੇ ਹੁੰਦੇ ਸੀਗੇ। ਫਿਰ ਜਿਹੜੀਆਂ ਸੰਗਤਾਂ ਖਾਸ ਕਰਕੇ ਬਚਨ ਬਲਾਸ ਲਈ ਤਾਵਲੀਆਂ ਹੁੰਦੀਆਂ ਸੀ, ਉਹਨਾਂ ਦੇ ਨਾਲ ਫਿਰ ਬਚਨ ਬਲਾਸ ਕਰਦੇ ਹੁੰਦੇ ਸੀ। ਇਸ ਕਰਕੇ ਬਹੁਤ ਸਾਰੀ ਸੰਗਤ ਮਹਾਂਪੁਰਖਾਂ ਨਾਲ ਜੁੜ ਗਈ ਸੀ। ਇਹਨਾਂ ਦੇ ਵਿੱਚੋਂ ਖਾਸ ਕਰਕੇ ਸਰਦਾਰ ਬਖਤੌਰ ਸਿੰਘ ਜੈਲਦਾਰ, ਲੈਫਟੀਨੈਂਟ ਸਰਦਾਰ ਪ੍ਰਤਾਪ ਸਿੰਘ, ਉਸ ਤੋਂ ਬਾਅਦ ਫਿਰ ਸੁਰਜਨ ਸਿੰਘ, ਇਸ ਤੋਂ ਬਾਅਦ ਜਗਜੀਤ ਸਿੰਘ, ਇਹਨਾਂ ਤੋਂ ਬਾਅਦ ਫਿਰ ਸੰਤ ਬਾਬਾ ਨੱਥਾ ਸਿੰਘ ਜੀ ਹੋਏ ਆ, ਸੰਤ ਭਗਵਾਨ ਸਿੰਘ ਜੀ ਹੋਏ, ਗਿਆਨੀ ਰਤਨ ਸਿੰਘ ਜੀ। ਸੋ ਕਹਿਣ ਤੋਂ ਬਾਅਦ ਇਸ ਤਰ੍ਹਾਂ ਦੇ ਅਨੇਕਾਂ ਨਾਮ ਜਿਹੜੇ ਉਹਨਾਂ ਟਾਈਮਾਂ ਗੁਰਸਿੱਖਾਂ ਦੇ ਵਿੱਚ ਸੀਗੇ, ਉਹ ਬਾਬਾ ਅਤਰ ਸਿੰਘ ਰੇਰੂਵਾਲ ਵਾਲਿਆਂ ਦੇ ਮਹਾਂਪੁਰਖਾਂ ਦੇ ਸਤਸੰਗੀ ਹੀ ਬਣਿਆ। ਸੋ ਜਦੋਂ ਇਹ ਡੇਰਾ ਨਾ ਸ਼ੁਰੂ 'ਚ ਬਣਿਆ, ਪਹਿਲਾਂ ਨਾ ਡੇਰੇ ਦੀ ਜ਼ਮੀਨ ਜਿਹੜੀ ਸੀ ਉਹ ਬਿਲਕੁਲ ਨਹੀਂ ਸੀ ਹੁੰਦੀ, ਪਰ ਉਸ ਤੋਂ ਬਾਅਦ ਇੱਕ ਸਰਦਾਰ ਲਾਲ ਸਿੰਘ ਜੀ ਹੋਏ ਆ। ਇਹਨਾਂ ਨੇ ਜਿਹੜਾ ਜਿੱਥੇ ਭੋਰਾ ਸਾਹਿਬ ਸੀ ਨਾ, ਖੂਹ ਦੇ ਨਾਲ ਇਹਨਾਂ ਨੇ ਜਿਹੜੀ ਜਿੰਨੀ ਜ਼ਮੀਨ ਸੀ ਇਹਦੇ ਵਿੱਚ ਇੱਕ ਖੂਹ ਵੀ ਸੀ, ਇਹਦੇ ਜਾਣੀ ਡੇਰੇ ਦੇ ਅਸਥਾਨ ਦੇ ਨਾਂ ਕਰ ਦਿੱਤੀ ਸੀ। ਉਸ ਤੋਂ ਬਾਅਦ ਫਿਰ ਥੋੜ੍ਹੀ ਜ਼ਮੀਨ ਇਹਦੇ ਨਾਲ ਹੋਰ ਲੱਗਦੀ ਸੀ, ਜਿਵੇਂ 1 ਬਿੱਗਾ ਜਾਂ ਅੱਧਾ ਬਿੱਗਾ ਜਾਂ 2 ਬਿੱਗੇ, ਉਹ ਵੀ ਪ੍ਰੇਮੀਆਂ ਨੇ ਦਾਨ ਕਰਾਤੀ ਸੀ। ਇਸ ਤੋਂ ਬਾਅਦ ਇੱਕ 25 ਬਿੱਗੇ ਜ਼ਮੀਨ ਸੀਗੀ। ਇਹ ਜਿਹੜੀ 25 ਬਿੱਗੇ ਜ਼ਮੀਨ ਸੀ, ਇਹ ਹੀਰਾ ਸਿੰਘ ਇੱਕ ਸੂਬੇਦਾਰ ਹੋਏ ਆ, ਉਹਨਾਂ ਦੇ ਕੋਲ ਗਹਿਣੇ ਪਈ ਸੀ। ਉਹਨਾਂ ਨੇ ਬਾਬਾ ਜੀ ਨੂੰ ਕਿਹਾ ਕਿ ਬਹੁਤ ਚਿਰ ਹੋ ਗਿਆ ਮੇਰੇ ਕੋਲ 25 ਬਿੱਗੇ ਜ਼ਮੀਨ ਗਹਿਣੇ ਪਈ ਆ, ਅਗਰ ਤੁਸੀਂ ਇਹਨੂੰ ਲੰਗਰ ਵਾਸਤੇ ਵਰਤ ਸਕਦੇ ਆ ਤਾਂ ਮੈਨੂੰ ਬੜੀ ਖੁਸ਼ੀ ਹੋਊਗੀ। ਸੋ ਮਹਾਂਪੁਰਖਾਂ ਨੇ ਉਹ ਜਿਹੜੀ 25 ਬਿੱਗੇ ਜ਼ਮੀਨ ਸੀ ਉਹਦੇ ਵਿੱਚ ਵੀ ਫਿਰ ਜਿਹੜੀ ਸੀ ਉਹ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਫਿਰ 7 ਬਿੱਗੇ ਜ਼ਮੀਨ ਜਿਹੜੀ ਸੀਗੀ ਉਹ ਕੇਰ ਸਿੰਘ, ਜਿਹੜੇ ਕੇਰ ਸਿੰਘ ਸੀਗੇ ਇਹਨਾਂ ਦਾ ਲੜਕਾ ਸੀਗਾ ਜੈਲਦਾਰ, ਉਹਨੇ ਫਿਰ 7 ਬਿੱਗੇ ਜ਼ਮੀਨ ਮਹਾਂਪੁਰਖਾਂ ਨੂੰ ਤਕਰੀਬਨ ਦਾਨ ਦੇ ਦਿੱਤੀ ਸੀ। ਇਸ ਤਰ੍ਹਾਂ ਕਰਕੇ ਥੋੜ੍ਹੀ ਜ਼ਮੀਨ ਹੋਰ ਪ੍ਰੇਮੀਆਂ ਨੇ ਦਿੱਤੀ ਅਤੇ ਟੋਟਲ ਲਾ ਕੇ 50 ਬਿੱਗੇ ਜ਼ਮੀਨ ਜਿਹੜੀ ਸੀਗੀ ਇਸ ਅਸਥਾਨ ਦੀ ਜਿਹੜੀ ਬਣ ਗਈ ਸੀ ਲੰਗਰ ਵਾਸਤੇ। ਸੋ ਉਸ ਤੋਂ ਬਾਅਦ ਮਹਾਂਪੁਰਖਾਂ ਨੇ ਇੱਕ ਗਾਂ ਵੀ ਲਈ ਆ। ਉਸ ਤੋਂ ਬਾਅਦ ਇੱਕ ਘੋੜੀ ਜਿਹੜੀ ਸੀ ਉਹ ਸਰਦਾਰ ਜਗ ਸਿੰਘ ਹੁਣਾਂ ਨੇ ਅਰਦਾਸ ਕਰਾਈ ਆ। ਉਹ ਤੋਂ ਦੇਖ ਕੇ ਇੱਕ ਹੋਰ ਜਿਹੜੀ ਸੁੰਦਰ ਘੋੜੀ ਸੀ ਉਹ ਇੱਕ ਪ੍ਰੇਮੀ ਨੇ ਹੋਰ ਦਾਨ ਕਰਾਤੀ। ਇਸ ਕਰਕੇ ਇਸ ਡੇਰੇ ਦੀ ਜਿਹੜੀ ਆਮਦਨ ਸੀਗੀ ਉਹ ਪ੍ਰੇਮੀਆਂ ਦੇ ਨਾਲ ਜੁੜਨ ਕਰਕੇ ਬਹੁਤ ਵਧੀਆ। ਇਸ ਕਰਕੇ ਕਾਫੀ ਗਊਆਂ ਵੀ ਡੇਰੇ 'ਚ ਹੋਈਆਂ, ਮੱਝਾਂ ਵੀ ਹੋਈਆਂ, ਅਤੇ ਵਾਹਿਗੁਰੂ ਵੱਲੋਂ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਰਹੀ ਕਿ ਡੇਰੇ ਵਿੱਚ ਵੀ ਰੁਕਦੇ ਸੀ, ਫਿਰ ਬਗੀਚੇ ਵਿੱਚ ਵੀ ਰੁਕਦੇ ਹੁੰਦੇ ਸੀ, ਅਤੇ ਫਿਰ ਗੋਖੇ ਵਾਲੀ ਛੱਪੜੀ ਦੇ ਵਿੱਚ ਵੀ ਰੁਕਦੇ ਹੁੰਦੇ ਸੀ। ਅਤੇ ਜਦੋਂ ਡੇਰੇ ਜਾਂ ਦੀਵਾਨ ਦੇ ਵਿੱਚ ਆਉਣਾ, ਮਹਾਂਪੁਰਖ ਇਹ ਸ਼ਬਦ ਜਿਹੜਾ ਸੀ ਅਕਸਰ ਪੜ੍ਹਿਆ ਕਰਦੇ ਹੁੰਦੇ ਸੀ ਕਿ ਠਾਕਰ ਤੁਮ ਸਰਨਾਈ ਆਇਆ, ਉਤਰ ਗਿਆ ਮੇਰੇ ਮਨ ਕਾ ਸੰਸਾ ਜਬ ਤੇਰਾ ਦਰਸ਼ਨ ਪਾਇਆ। ਇਹ ਜਿਹੜਾ ਸ਼ਬਦ ਸੀਗਾ ਬਾਬਾ ਜੀ ਜਿਹੜੇ ਸੀ ਉਹ ਆਮ ਪੜ੍ਹਦੇ ਹੁੰਦੇ ਸੀ। ਉਸ ਤੋਂ ਬਾਅਦ ਫਿਰ ਜਦੋਂ ਮੰਜੀ ਸਾਹਿਬ ਦੀ ਆਰੰਭਤਾ ਕਰਾਈ ਆ ਇਮਾਰਤ ਦੀ, ਇਹਦੇ ਨਾਲ ਇੱਕ ਰੇਰੂ ਦਾ ਬ੍ਰਿਕਸ਼ ਆ ਜਿਹੜਾ ਮਹਾਰਾਜ ਦੇ ਟਾਈਮ ਦਾ ਸੀਗਾ। ਇਹ ਜਿਹੜਾ ਬ੍ਰਿਕਸ਼ ਸੀਗਾ ਫਿਰ ਮਹਾਂਪੁਰਖਾਂ ਦੇ ਮਨ ਵਿੱਚ ਆਇਆ ਕਿ ਪੁਰਾਣਾ ਬ੍ਰਿਕਸ਼ ਆ, ਸੰਗਤ ਇਹਨੂੰ ਬਹੁਤ ਜ਼ਿਆਦਾ ਮੰਨਦੀ ਆ, ਪੂਜਦੀ ਵੀ ਆ, ਅਤੇ ਇਹ ਬ੍ਰਿਕਸ਼ ਜਿਹੜਾ ਹੈਗਾ ਇਹਦੇ ਵਿੱਚ ਆਮ ਕਰਕੇ ਪਹਿਰੇ ਵੀ ਆ। ਸੋ ਕਹਿਣ ਤੋਂ ਭਾਵ ਇਹ ਆ ਕਿ ਇੱਥੇ ਗੁਪਤ ਤਾਕਤਾਂ ਦੇ ਪਹਿਰੇ ਵੀ ਇਸ ਬ੍ਰਿਕਸ਼ 'ਤੇ ਰਹਿੰਦੇ ਆ, ਅਤੇ ਸੰਗਤ ਦੇ ਵਿੱਚ ਇਸ ਬ੍ਰਿਕਸ਼ ਪ੍ਰਤੀ ਭੈ ਵੀ ਬਣਿਆ ਰਹਿੰਦਾ ਹੈਗਾ। ਪਰ ਹੁਣ ਜਿਹੜਾ ਮੰਜੀ ਸਾਹਿਬ ਸੀਗੀ ਇਹਦੀ ਆਰੰਭਤਾ ਕਰਨੀ ਸੀ। ਫਿਰ ਮਹਾਂਪੁਰਖਾਂ ਨੇ ਸੰਗਤ ਦੇ ਨਾਲ ਸਾਂਝ ਕੀਤੀ ਕਿ ਕੀ ਕਰੀਏ। ਫਿਰ ਮਹਾਂਪੁਰਖਾਂ ਦਾ ਵਿਚਾਰ ਸੀਗਾ ਕਿ ਜਿਵੇਂ ਸਾਡੇ ਧਰਮ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਅਤੇ ਸ਼ਾਸਤਰ ਦੀ ਜਿਹੜੀ ਪੂਜਾ ਪਹਿਲ ਦੇ ਆਧਾਰ 'ਤੇ ਹੈਗੀ ਆ, ਪਰ ਇੱਥੇ ਸਾਰਿਆਂ ਦਾ ਜਿਹੜਾ ਰੁਝਾਨ ਵਾ ਜ਼ਿਆਦਾ ਬ੍ਰਿਕਸ਼ ਦੇ ਨਾਲ ਜੁੜਿਆ ਹੈਗਾ। ਇਸ ਕਰਕੇ ਆਪਾਂ ਅਰਦਾਸ ਕਰਕੇ ਦੇਖ ਲੈਂਦੇ ਹਾਂ, ਅਗਰ ਤਾਂ ਬ੍ਰਿਕਸ਼ ਦੀ ਜਿਹੜੀ ਨਿਸ਼ਾਨੀਆਂ ਮਹਾਰਾਜ ਨੇ ਜੁਗੋ ਜੁਗ ਟਲ ਰੱਖਣੀਆਂ ਅਤੇ ਤਾਂ ਵੀ ਠੀਕ ਆ। ਅਗਰ ਇਹਦੀ ਜਗ੍ਹਾ ਇਸੇ ਸਥਾਨ 'ਤੇ ਅਸੀਂ ਥੜਾ ਸਾਹਿਬ ਬਣਾ ਦਈਏ ਅਤੇ ਨਾਲ ਫਿਰ ਮੰਜੀ ਸਾਹਿਬ ਦਾ ਸਥਾਨ ਵੀ ਬਣਾਈਏ, ਅਤੇ ਫਿਰ ਇਹਦੀ ਅਰਦਾਸ ਕਰਕੇ ਅਸੀਂ ਜੋ ਵੀ ਨਿਰਣਾ ਹੋਊਗਾ ਉਹ ਦੇਖ ਲੈਂਦੇ ਹਾਂ। ਫਿਰ ਇਹ ਜਿਹੜੀ ਸਲਾਹ ਸੀ ਸਾਰਿਆਂ ਨੂੰ ਵਧੀਆ ਲੱਗੀ। ਉਸ ਟਾਈਮ 'ਤੇ ਮਹਾਂਪੁਰਖਾਂ ਨੇ ਇੱਕ ਦੇਗ ਤਿਆਰ ਕੀਤੀ ਸੀ। ਦੇਗ ਤਿਆਰ ਕਰਕੇ ਬਾਬਾ ਜੀ ਨੇ ਆਪ ਅਰਦਾਸਾ ਕੀਤਾ। ਅਰਦਾਸ 'ਚ ਇਹ ਕਿਹਾ ਕਿ ਮਹਾਂਪੁਰਖੋ ਇਹ ਜਿਹੜਾ ਰੇਰੂ ਸਾਹਿਬ ਦਾ ਬ੍ਰਿਕਸ਼ ਹੈਗਾ, ਅਗਰ ਆਪ ਨੂੰ ਚਾਹੀਦਾ ਤਾਂ ਠੀਕ ਆ, ਅਗਰ ਆਪ ਇਹਦੀ ਜਗ੍ਹਾ ਮੰਜੀ ਸਥਾਨ ਬਣਾਉਣਾ ਹੈਗਾ ਤਾਂ ਵੀ ਠੀਕ ਆ, ਜਿਵੇਂ ਆਪ ਨੂੰ ਭਾਉਂਦਾ ਹੈਗਾ ਉਸੇ ਤਰ੍ਹਾਂ ਕਰ ਦਿਓ।
ਜਦ ਅਰਦਾਸ ਕੀਤੀ ਗਈ ਸੀ, ਫਿਰ ਦੇਖੋ ਉੱਥੋਂ ਗੁਪਤ ਸ਼ਕਤੀ ਕਲਗੀਧਰ ਮਹਾਰਾਜ ਦੀ ਜਿਹੜੀ ਮਨਜ਼ੂਰੀ ਇਹ ਆਈ ਸੀ ਕਿ ਉਹ ਜਿਹੜਾ ਰੇਰੂ ਸਾਹਿਬ ਦਾ ਬ੍ਰਿਕਸ਼ ਸੀਗਾ ਨਾ, ਉਹਦੇ ਪੱਤੇ ਕੁਮਲਾਉਣ ਲੱਗ ਪਏ ਸੀ। 1 ਹਫ਼ਤੇ ਵਿੱਚ ਹੀ ਪੂਰਾ ਸੁੱਕ ਗਿਆ ਸੀਗਾ। ਉਸ ਤੋਂ ਬਾਅਦ ਇਹ ਹਰਾ ਨਹੀਂ ਹੋਇਆ, ਕਈ ਚਿਰ ਸੁੱਕਾ ਰਿਹਾ, ਪਰ ਕਿਸੇ ਨੇ ਵੱਢਿਆ ਨਹੀਂ ਕਿਉਂਕਿ ਸਾਰੇ ਬੜੇ ਭੈ ਖਾਂਦੇ ਸੀ। ਅਖੀਰ ਫਿਰ ਸਾਰੀ ਸੰਗਤ ਨੇ ਮਹਾਂਪੁਰਖਾਂ ਨੂੰ ਕਿਹਾ ਹੈਗਾ ਕਿ ਆਪਦੀ ਅਰਦਾਸ ਜਿਹੜੀ ਆ ਉਹ ਅਕਾਲ ਪੁਰਖ ਦੇ ਦਰ 'ਤੇ ਮਨਜ਼ੂਰ ਹੋਈ ਆ, ਅਤੇ ਇਸ ਕਰਕੇ ਤੁਸੀਂ ਇਸ ਬ੍ਰਿਕਸ਼ ਨੂੰ ਕੱਟ ਦਿਓ। ਪਰ ਮਹਾਂਪੁਰਖਾਂ ਨੇ ਫਿਰ ਵੀ ਨਿਸ਼ਾਨੀ ਰੱਖਣ ਵਾਸਤੇ ਉਸ ਟਾਈਮ ਦਾ ਜਿਹੜਾ ਇਹ ਸੁੱਕਾ ਬ੍ਰਿਕਸ਼ ਸੀਗਾ ਹੈ ਨਾ, ਇਹਦਾ ਮੁੱਢ ਰੱਖ ਲਿਆ ਸੀਗਾ ਅਤੇ ਬਾਕੀ ਬ੍ਰਿਕਸ਼ ਜਿਹੜਾ ਸੀ ਉਹ ਕੱਟ ਦਿੱਤਾ ਸੀਗਾ। ਸੋ ਕਹਿਣ ਤੋਂ ਭਾਵ ਇਹ ਨਿਸ਼ਾਨੀ ਜਿਹੜੀ ਆ ਇਹ ਅਜੇ ਵੀ ਜਿਹੜੀ ਹੈ ਮਹਾਂਪੁਰਖਾਂ ਦੇ ਹੱਥਾਂ ਦੀ ਪਈ ਆ। ਉਸ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਕਿ ਮਹਾਂਪੁਰਖਾਂ ਦਾ ਜਦ ਇਹ ਅਸਥਾਨ ਬਣਿਆ ਹੈਗਾ ਅਤੇ ਫਿਰ ਮਹਾਂਪੁਰਖਾਂ ਦੇ ਤੇਜ਼ ਤਪ ਦੀਆਂ ਜਿਹੜੀਆਂ ਧੂਮਾਂ ਸੀਗੀਆਂ ਜਦ ਇਲਾਕੇ 'ਚ ਪਈਆਂ, ਬਹੁਤ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਸੀਗੀਆਂ। ਸੋ ਇਹਦੀ ਖਬਰ ਉਹਨਾਂ ਟਾਈਮਾਂ ਵਿੱਚ ਮਹਾਰਾਜਾ ਪਟਿਆਲੇ ਨੂੰ ਵੀ ਲੱਗੀ ਸੀ। ਜਦ ਪਟਿਆਲੇ ਨੂੰ ਲੱਗੀ ਸੀਗੀ ਤਾਂ ਉਹ ਵੀ ਜਦ ਇਸ ਅਸਥਾਨ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਆਇਆ, ਪਰ ਉਹਨੇ ਸੰਤਾਂ ਬਾਬਾ ਤਰਸੋਂ ਹੋਣਾ ਦੇ ਪਹਿਲਾਂ ਕਦੀ ਦਰਸ਼ਨ ਨਹੀਂ ਸੀ ਕੀਤੇ। ਪਰ ਬਾਬਾ ਤਰਸੋਂ ਹੋਣਾ ਦੇ ਵਿੱਚ ਇੱਕ ਖਾਸ ਗੁਣ ਹੁੰਦਾ ਸੀਗਾ ਕਿ ਉਹ ਸਾਦੇ ਕੱਪੜੇ ਪਾਉਂਦੇ ਹੁੰਦੇ ਸੀ, ਅਤੇ ਦੂਸਰੀ ਗੱਲ ਇਹ ਸੀ ਕਿ ਉਹ ਹੱਥੀਂ ਕਿਰਤ ਨਹੀਂ ਸੀ ਛੱਡਦੇ ਹੁੰਦੇ। ਭਾਵੇਂ ਭਜਨ ਸਿਮਰਨ ਕਰਦੇ ਰਹਿੰਦੇ ਸੀ, ਪਰ ਹੱਥੀਂ ਕਿਰਤ ਜਿਹੜੀ ਸੀਗੀ ਉਹ ਬਰਾਬਰ ਕਰਦੇ ਹੁੰਦੇ ਸੀ। ਸੋ ਜਦੋਂ ਮਹਾਰਾਜਾ ਪਟਿਆਲਾ ਆਪਣੇ ਸਾਥੀਆਂ ਦੇ ਨਾਲ ਸਾਦੇ ਕੱਪੜਿਆਂ ਦੇ ਵਿੱਚ ਇਸ ਅਸਥਾਨ 'ਤੇ ਪਹੁੰਚਿਆ ਸੀ ਬਾਬਾ ਤਰਸੋਂ ਹੋਣਾ ਦੇ ਦਰਸ਼ਨ ਕਰਨ ਵਾਸਤੇ, ਅਤੇ ਉਸ ਟਾਈਮ ਬਾਬਾ ਤਰਸੋਂ ਹੋਣੀ ਜਿਹੜੇ ਸੀਗੇ ਉਹ ਝੁੰਬ ਮਾਰ ਕੇ ਬਲਦਾਂ, ਪਸ਼ੂਆਂ ਅਤੇ ਗਾਈਆਂ ਵਾਸਤੇ ਪੱਠਿਆਂ ਦਾ ਟੋਕਾ ਕਰਦੇ ਹੁੰਦੇ ਸੀਗੇ। ਜਦ ਟੋਕਾ ਕਰਦੇ ਹੁੰਦੇ ਸੀ ਅਤੇ ਮਹਾਰਾਜ ਪਟਿਆਲੇ ਨੇ ਇੱਕ ਸਧਾਰਨ ਸੇਵਕ ਸਮਝ ਕੇ ਇਹਨਾਂ ਕੋਲ ਆ ਕੇ ਇਹ ਪੁੱਛ ਲਿਆ ਕਿ ਅਸੀਂ ਸੰਤਾਂ ਦੇ ਦਰਸ਼ਨ ਕਰਨੇ ਆ, ਦੱਸੋ ਮਹਾਂਪੁਰਖ ਕਿੱਥੇ ਆ। ਪਰ ਬਾਬਾ ਜੀ ਨੇ ਉਹਨਾਂ ਵੱਲ ਬਿਨਾਂ ਦੇਖੇ ਕਹਿ ਦਿੱਤਾ ਸੀਗਾ ਕਿ ਤੁਸੀਂ ਆ ਜਿਹੜੇ ਮੰਜੇ ਆ ਇਹਨਾਂ 'ਤੇ ਬੈਠ ਜਾਓ, ਅਤੇ ਨਾਲੇ ਸਾਨੂੰ ਇਹ ਦੱਸੋ ਵੀ ਤੁਸੀਂ ਕੀ ਛਕਣਾ ਹੈਗਾ। ਜੋ ਛਕਣਾ ਹੈਗਾ ਸਾਨੂੰ ਸਾਰਾ ਕੁਛ ਤੁਸੀਂ ਦੱਸ ਦਿਓ, ਅਸੀਂ ਤੁਹਾਨੂੰ ਸਾਰਾ ਕੁਛ ਲਿਆ ਦਿਆਂਗੇ। ਜਦ ਇਹ ਗੱਲ ਹੋਈ ਆ, ਅਤੇ ਫਿਰ ਮਹਾਰਾਜਾ ਪਟਿਆਲੇ ਦੇ ਨਾਲ ਦੇ ਸਾਥੀ ਨਾਲ ਜਿਹੜੇ ਮੰਜੇ ਸੀਗੇ ਉਹਨਾਂ 'ਤੇ ਬਹਿ ਗਏ, ਅਤੇ ਮਹਾਂਪੁਰਖ ਆਪ ਹੱਥੀਂ ਇੱਥੇ ਟੋਕਾ ਕਰਦੇ ਰਹੇ ਆ। ਜਦ ਪੱਠਿਆਂ ਦਾ ਟੋਕਾ ਕਰਦੇ ਰਹੇ ਆ, ਅਤੇ ਫਿਰ ਕੁਦਰਤੀ 2 ਪ੍ਰੇਮੀ ਆਏ, ਉਹਨਾਂ ਨੇ ਆ ਕੇ ਨਾ ਬਾਬਾ ਜੀ ਦੇ ਅੱਗੇ ਨਮਸਕਾਰ ਕੀਤੀ। ਜਦ ਨਮਸਕਾਰ ਕੀਤੀ ਤਾਂ ਬਾਬਾ ਜੀ ਨੇ ਨਾ ਬਿਨਾਂ ਹੀ ਦੇਖੇ ਚੁੱਪ ਕਰਕੇ ਉਹ ਟੋਕੇ ਵਾਲਾ ਜਿਹੜਾ ਪੱਠੇ ਵਾਲਾ ਸੀਗਾ ਸਥਾਨ ਉਹ ਛੱਡ ਕੇ ਤਾਂ ਆਪ ਬਾਹਰ ਨਿਕਲ ਗਏ। ਜਦ ਬਾਹਰ ਨਿਕਲ ਗਏ ਤਾਂ ਫਿਰ ਮਹਾਰਾਜਾ ਪਟਿਆਲੇ ਨੇ ਉਹ ਜਿਹੜੇ ਪ੍ਰੇਮੀ ਆਏ ਸੀ ਉਹਨਾਂ ਨੂੰ ਪੁੱਛਿਆ ਕਿ ਸੰਤ ਕਿੱਥੇ, ਅਸੀਂ ਉਹਨਾਂ ਦੇ ਦਰਸ਼ਨ ਕਰਨੇ ਆ। ਇਹ ਗੱਲ ਹੋਈ ਤਾਂ ਪ੍ਰੇਮੀਆਂ ਦੇ ਅੱਖਾਂ 'ਚ ਅਥਰੂ ਆ ਗਏ। ਉਹ ਮਹਾਰਾਜਾ ਨੂੰ ਕਹਿਣ ਲੱਗੇ, ਕਹਿੰਦੇ ਬਈ ਆ ਤੁਹਾਡੇ ਸਾਹਮਣੇ ਜਿਹੜੇ ਟੋਕਾ ਕਰਦੇ ਆ ਇਹੋ ਹੀ ਸੰਤ ਹੈਗੇ, ਹੋਰ ਸੰਤ ਕੌਣ ਆ। ਜਦ ਇੰਨੀ ਗੱਲ ਹੋਈ ਤਾਂ ਮਹਾਰਾਜਾ ਪਟਿਆਲੇ ਜਿਹੜੇ ਸੀ ਕੋਈ ਯਕਦਮ ਤੱਗ ਪਏ, ਕਹਿੰਦੇ ਹੈ ਕਮਾਲ ਹੋ ਗਈ ਆ, ਸਾਨੂੰ ਕਿੰਨਾ ਚਿਰ ਬੈਠਿਆਂ ਨੂੰ ਹੋਇਆ, ਅਸੀਂ ਮੰਜੇ 'ਤੇ ਬੈਠੀਆਂ ਅਤੇ ਇਹੋ ਹੀ ਬਾਬਾ ਜੀ ਆ। ਕਹਿੰਦੇ ਸਾਨੂੰ ਪਤਾ ਨਹੀਂ ਲੱਗਾ, ਜੇ ਸਾਨੂੰ ਪਤਾ ਹੁੰਦਾ ਤਾਂ ਅਸੀਂ ਇਹਨਾਂ ਦੇ ਪਹਿਲਾਂ ਹੀ ਮਹਾਂਪੁਰਖਾਂ ਦੇ ਚਰਨ ਫੜ ਲੈਂਦੇ। ਪਰ ਫਿਰ ਉਹਨਾਂ ਪ੍ਰੇਮੀਆਂ ਨੇ ਦੱਸਿਆ ਕਿ ਇਹੋ ਹੀ ਮਹਾਂਪੁਰਖ ਹੈਗੇ ਆ। ਫਿਰ ਮਹਾਰਾਜਾ ਪਟਿਆਲਾ ਜਿਹੜਾ ਸੀਗਾ ਜਦੋਂ ਉਹਨੂੰ ਆਪਣੀ ਗਲਤੀ ਦਾ ਇਹ ਅਹਿਸਾਸ ਹੋਇਆ ਸੀਗਾ, ਫਿਰ ਜਦ ਪਿੱਛੇ ਗਿਆ ਤਾਂ ਕੀ ਦੇਖਿਆ ਇੱਕ ਜਗ੍ਹਾ ਬਾਬਾ ਜੀ ਹੱਥ ਮੂੰਹ ਧੋਂਦੇ ਸੀਗੇ। ਜਾ ਕੇ ਫਿਰ ਉਹਨੇ ਪਟਿਆਲੇ ਨੇ ਬਾਬਾ ਜੀ ਨੂੰ ਕਿਹਾ ਸੀਗਾ, ਕਹਿੰਦੇ ਵੀ ਅਸੀਂ ਤੁਹਾਨੂੰ ਪਛਾਣਿਆ ਨਹੀਂ, ਸਾਨੂੰ ਮਾफ़ੀ ਦਿਓ। ਪਰ ਮਹਾਂਪੁਰਖ ਚੁੱਪ ਰਹੇ ਅਤੇ ਨਾਲ ਕਹਿਣ ਲੱਗੇ, ਕਹਿੰਦੇ ਭਾਈ ਅਸੀਂ ਸੰਤ ਕੋਈ ਨਹੀਂ ਆ, ਅਸੀਂ ਤਾਂ ਸਿਰਫ ਗੁਰੂ ਘਰ ਦੇ ਝਾੜੂ ਜਿਹੜਾ ਮਾਰਨ ਵਾਲੇ ਸੇਵਾਦਾਰ ਹੈਗੇ ਆ, ਆਏ ਗਏ ਲਈ ਲੰਗਰ ਪਾਣੀ ਪ੍ਰਸ਼ਾਦਾ ਬਣਾਉਂਦੇ ਆ। ਪਰ ਕਹਿੰਦੇ ਹੁਣ ਜਦ ਸੰਗਤ ਸਾਨੂੰ ਇੰਨਾ ਥੋੜ੍ਹੀ ਜਿਹੀ ਸੇਵਾ ਅਸੀਂ ਜੇ ਮਾੜੀ ਮੋਟੀ ਕਰਦੇ ਉਹਦੇ ਕਰਕੇ ਸਾਨੂੰ ਸੰਤ ਜੀ ਕਹਿਣ ਲੱਗ ਪਈ ਆ, ਵੈਸੇ ਅਸੀਂ ਸੰਤ ਨਹੀਂ ਆ। ਇੰਨੀ ਗੱਲ ਹੋਈ ਤਾਂ ਮਹਾਰਾਜ ਪਟਿਆਲੇ ਦੀ ਜਿਹੜੀ ਸ਼ਰਧਾ ਸੀਗੀ ਮਹਾਂਪੁਰਖਾਂ 'ਤੇ ਬਹੁਤ ਜ਼ਿਆਦਾ ਵੱਧ ਗਈ ਸੀ। ਸੋ ਉਸ ਤੋਂ ਬਾਅਦ ਫਿਰ ਬਾਬਾ ਜੀ ਮਹਾਰਾਜ ਪਟਿਆਲੇ ਨੂੰ ਦੀਵਾਨ 'ਚ ਲੈ ਗਏ। ਇੱਥੇ ਜਾ ਕੇ ਫਿਰ ਆਪ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਸੇਵਾਦਾਰ ਨੂੰ ਕਹਿ ਕੇ ਹੁਕਮਨਾਮਾ ਲਿਆ ਸੀਗਾ। ਉਹ ਹੁਕਮਨਾਮਾ ਨੂੰ ਸੁਣ ਕੇ ਮਹਾਰਾਜਾ ਪਟਿਆਲੇ ਦੇ ਨਾਲ ਜਿਹੜੇ ਪ੍ਰੇਮੀ ਸੀ ਬੜੇ ਪ੍ਰਸੰਨ ਹੋਏ ਸੀ। ਮਹਾਂਪੁਰਖ ਨੇ ਆਪ ਹੱਥੀਂ ਪ੍ਰਸ਼ਾਦ ਮਹਾਰਾਜਾ ਪਟਿਆਲੇ ਨੂੰ ਦਿੱਤਾ ਸੀ ਉਹਨਾਂ ਟਾਈਮਾਂ ਵਿੱਚ। ਉਸ ਤੋਂ ਬਾਅਦ ਫਿਰ ਕੁਛ ਜਿਹੜੇ ਨਾ ਬਚਨ ਬੁਲਾ ਸੀਗੇ ਜੋ ਮਹਾਰਾਜਾ ਪਟਿਆਲੇ ਦੇ ਮਨ 'ਚ ਸੀਗੇ, ਉਹਨਾਂ ਦੇ ਬੜੇ ਤਸੱਲੀ ਬਖਸ਼ ਜਵਾਬ ਬਾਬਾ ਜੀ ਨੇ ਦਿੱਤੇ ਸੀ। ਸੋ ਮਹਾਰਾਜਾ ਪਟਿਆਲੇ ਜਿਹੜੇ ਸੀਗੇ ਜਦ ਆਪਣੇ ਉੱਥੇ ਵਾਪਸ ਪਟਿਆਲੇ ਪਹੁੰਚੇ ਆ, ਉਹਨਾਂ ਨੇ ਜਾ ਕੇ ਇਹ ਸਾਡੀ ਗੱਲਬਾਤ ਜਿਹੜੀ ਸੀ ਪੂਰੇ ਪਰਿਵਾਰ 'ਚ ਸਾਂਝੀ ਕੀਤੀ। ਅਤੇ ਜਦ ਗੱਲਬਾਤ ਸਾਂਝੀ ਹੋਈ ਤਾਂ ਦੱਸਿਆ ਹੈਗਾ ਵੀ ਕਿਵੇਂ ਜਿਹੜੇ ਮਹਾਂਪੁਰਖ ਹੈਗੇ ਆ ਉਹ ਹੱਥੀਂ ਸਾਰਾ ਕੰਮ ਕਰਦੇ, ਅਸੀਂ ਪਛਾਣੇ ਨਹੀਂ ਅਤੇ ਸਾਨੂੰ ਇਹ ਨਹੀਂ ਪਤਾ ਹੈਗਾ ਲੱਗਾ ਵੀ ਉਹ ਕਿਸ ਤਰ੍ਹਾਂ ਜਿਹੜੇ ਹੈ ਉਹ ਬਿਨਾਂ ਕਿਸੇ ਸ਼ਾਨ ਸ਼ੌਕਤ ਤੋਂ ਜਿਹੜੇ ਹੈਗੇ ਆਮ ਸਧਾਰਨ ਇਨਸਾਨਾਂ ਵਾਂਗੂ ਆਪਣੀ ਜ਼ਿੰਦਗੀ ਨੂੰ ਬਸਰ ਕਰਦੇ ਆ। ਇਹ ਸੁਣ ਕੇ ਫਿਰ ਜਿਹੜੀ ਰਾਜ ਮਾਤਾ ਸੀ ਉਸ ਟਾਈਮ ਪਟਿਆਲੇ ਦੀ, ਉਹ ਬੜੀ ਪ੍ਰਸੰਨ ਹੋਈ ਅਤੇ ਮਨ 'ਚ ਵੀ ਖਿੱਚ ਬਣੀ ਕਿ ਮੈਂ ਵੀ ਮਹਾਂਪੁਰਖਾਂ ਦੇ ਦਰਸ਼ਨ ਕਰਾਂ। ਫਿਰ ਉਹ ਅਗਲੇ ਦਿਨ ਹੀ ਹੈ ਨਾ ਬਹੁਤ ਸਾਰੇ ਕਾਫਲੇ ਗੱਡੀਆਂ ਦੇ ਲੈ ਕੇ ਮਹਾਂਪੁਰਖਾਂ ਦੇ ਅਸਥਾਨ ਦੇ ਜਦ ਲਾਗੇ ਪਹੁੰਚੀ ਆ, ਇਹਨੇ ਆ ਕੇ ਰਾਹ ਦੇ ਵਿੱਚ ਗੱਡੀਆਂ ਜਦ ਰੋਕੀਆਂ,
ਉੱਥੋਂ ਤੁਰ ਕੇ ਫਿਰ ਸਾਰਾ ਕਾਫਲਾ ਸ਼ਬਦ ਗਾਉਂਦਾ ਬਾਬਾ ਜੀ ਦੇ ਪਾਸ ਆਇਆ ਸੀਗਾ। ਜਦ ਆਇਆ ਤੇ ਫਿਰ ਉਸ ਟਾਈਮ ਐਤਵਾਰ ਦਾ ਦਿਨ ਸੀਗਾ ਤੇ ਦੀਵਾਨ ਲੱਗਾ ਸੀਗਾ। ਦੀਵਾਨ ਕਰਕੇ ਐਤਵਾਰ ਦੀ ਛੁੱਟੀ ਕਰਕੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਇਸ ਦੀਵਾਨ ਸਰਵਣ ਕਰਦੀਆਂ ਸੀਗਾ। ਪਰ ਜਦ ਮਹਾਰਾਣੀ ਇਸ ਦੀਵਾਨ ਦੇ ਵਿੱਚ ਪਹੁੰਚੀ ਆ ਤੇ ਮਹਾਂਪੁਰਖਾਂ ਦਾ ਦਰਸ਼ਨ ਦੇਖ ਕੇ ਬੜੀ ਖੁਸ਼ ਹੋਈ, ਬਹੁਤ ਨਿਹਾਲ ਹੋਈ। ਉਹਦੇ ਮਨ ਦੇ ਵਿੱਚ ਬੜੀ ਸ਼ਾਂਤੀ ਧੀਰਜ ਆਈ ਆ। ਪਰ ਉਹਦੇ ਮਨ 'ਚ ਇੱਛਾ ਹੋਈ ਆ ਕਿ ਮੈਂ ਉੱਠ ਕੇ ਹੈ ਨਾ ਤੇ ਬਾਬਾ ਜੀ ਦੇ ਥੋੜ੍ਹੇ ਚਰਨ ਪਰਸ ਕਰਾਂ। ਜਦੋਂ ਇੱਛਾ ਲੈ ਕੇ ਅੱਗੇ ਆਈ ਤਾਂ ਸੇਵਾਦਾਰਾਂ ਨੇ ਰੋਕ ਦਿੱਤਾ ਸੀਗਾ। ਉਹਨੇ ਕਹਿ ਦਿੱਤਾ ਸੀਗਾ ਕਿ ਮਹਾਂਪੁਰਖਾਂ ਦਾ ਵਚਨ ਵਾ, ਅਗਰ ਕੋਈ ਇਸਤਰੀ ਜਾਣੀ ਇਸ ਤਰ੍ਹਾਂ ਸਾਡੇ ਪਾਸ ਆਵੇ ਤਾਂ ਉਹਨੂੰ ਤੁਸੀਂ ਰੋਕ ਦੇਣਾ, ਕਿਉਂਕਿ ਮਹਾਂਪੁਰਖਾਂ ਦਾ ਵਚਨ ਹੈ ਕਿ ਬੀਬੀਆਂ ਦੀ ਜਿਹੜੀ ਅਵਸਥਾ ਹੁੰਦੀ ਹੈ ਜਾਂ ਸਤਿਕਾਰ ਉਹ ਬਹੁਤ ਉੱਚਾ ਹੈਗਾ। ਇਸ ਕਰਕੇ ਉਹਨਾਂ ਦੇ ਮੁੱਖ ਸਤਿਕਾਰ ਨੂੰ ਰੱਖਦੇ ਹੋਏ ਬਾਬਾ ਨੰਦ ਸਿੰਘ ਹੋਣੀ ਅਤੇ ਬਾਬਾ ਕਰਮ ਸਿੰਘ ਜੀ, ਬਾਬਾ ਆਇਆ ਸਿੰਘ ਜੀ ਜਿਹੜੇ ਸੀ ਉਹ ਇਹਨਾਂ ਨੂੰ ਆਪਣੇ ਤੋਂ ਥੋੜ੍ਹਾ ਦੂਰ ਹੀ ਰੱਖਦੇ ਸੀਗੇ। ਸੋ ਇਹ ਮਰਜ਼ਾਦਾ ਜਿਹੜੀ ਸੀ ਇਹ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਨੇ ਵੀ ਰੱਖੀ ਸੀ। ਪਰ ਉਹ ਫਿਰ ਉਸ ਟਾਈਮ ਫਿਰ ਬੀਬੀ ਦਾ ਵੀ ਜਿਹੜਾ ਹੁਕਮਨਾਮਾ ਸੀ ਮਹਾਂਪੁਰਖਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਲਿਆ ਸੀਗਾ। ਉਸ ਤੋਂ ਬਾਅਦ ਇੱਕ ਸਰੋਪਾ ਵੀ ਜਿਹੜੀ ਸੀ ਰਾਜ ਮਾਤਾ ਨੂੰ ਬਖਸ਼ਿਆ ਸੀਗਾ। ਉਸ ਤੋਂ ਬਾਅਦ ਫਿਰ ਰਾਜ ਮਾਤਾ ਦੇ ਮਨ ਦੇ ਜਿਹੜੇ ਬਚਨ ਸੀਗੇ ਜਾਂ ਜੋ ਅੰਦਰ ਫੁਰਨੇ ਸੀਗੇ ਉਹਨਾਂ ਦਾ ਜਵਾਬ ਫਿਰ ਮਹਾਂਪੁਰਖਾਂ ਨੇ ਬੜਾ ਤਸੱਲੀ ਬਖਸ਼ ਦਿੱਤਾ ਸੀਗਾ। ਸੋ ਉਹ ਆਪਣੇ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਬੜੀ ਪ੍ਰਸੰਨਤਾ ਦੇ ਨਾਲ ਫਿਰ ਵਾਪਸ ਪਟਿਆਲੇ ਪਹੁੰਚੀ ਸੀਗੀ। ਖੈਰ ਇੰਨੇ ਹੀ ਬਚਨ ਕਰਦਾ ਹੋਇਆ 10 ਖਿਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।